ਵੈਲਕਮ ਫਰੈਂਡ, ਸਵਾਗਤ ਹੈ ਜੀ ਤੁਹਾਡਾ ਆਪਣੀ ਅੱਜ ਦੀ ਨਿਊ ਵੀਡੀਓ ਵਿੱਚ। ਅੱਜ ਦਾ ਆਪਣਾ ਟੌਪਿਕ ਹੈ ਜੀ ਮਗਧ ਦਾ ਉਥਾਨ। ਇਹ ਹੈ ਜੀ ਪੂਰਵ ਮੌਰੀਆ ਕਾਲ ਦੇ ਸਮੇਂ ਦਾ। ਇਸ ਵਿੱਚ ਆਪਾਂ ਦੇਖਾਂਗੇ ਜੀ ਕਿ ਮਗਧ ਮਹਾਜਨਪਦ ਨੇ ਕਿਵੇਂ ਸ਼ਕਤੀਸ਼ਾਲੀ ਰੂਪ ਧਾਰਨ ਕੀਤਾ, ਮੌਰੀਆ ਕਾਲ ਤੋਂ ਪਹਿਲਾਂ ਉੱਥੇ ਕਿਹੜੇ ਸ਼ਾਸਕ ਹੋਏ ਅਤੇ ਉਹਨਾਂ ਨੇ ਕਿਵੇਂ ਮਗਧ ਨੂੰ ਇੱਕ ਸ਼ਕਤੀਸ਼ਾਲੀ ਮਹਾਜਨਪਦ ਦੇ ਰੂਪ ਵਿੱਚ ਸਥਾਪਿਤ ਕੀਤਾ। ਇਹਨਾਂ ਬਾਰੇ ਅੱਜ ਆਪਾਂ ਡਿਟੇਲ 'ਚ ਗੱਲ ਕਰਾਂਗੇ ਜੀ ਤੇ ਜਾਣਾਂਗੇ ਜੀ 16 ਮਹਾਜਨਪਦ ਕਿਹੜੇ ਨੇ ਅਤੇ ਜਾਣਾਂਗੇ ਕਿ 16 ਮਹਾਜਨਪਦ ਜੀ ਕਿਹੜੇ ਖੇਤਰ ਵਿੱਚ ਪਾਏ ਜਾਂਦੇ ਸੀ। ਆਓ ਜੀ ਸ਼ੁਰੂ ਕਰਦੇ ਹਾਂ ਹੁਣ ਆਪਣਾ ਅੱਜ ਦਾ ਟੌਪਿਕ। ਸਭ ਤੋਂ ਪਹਿਲਾਂ ਆਪਾਂ ਜਾਣ ਲੈਂਦੇ ਹਾਂ ਜੀ ਅੱਜ ਦੇ ਮੁੱਖ ਬਿੰਦੂ, ਜਿਨ੍ਹਾਂ ਬਾਰੇ ਆਪਾਂ ਇਸ ਵੀਡੀਓ ਵਿੱਚ ਡਿਟੇਲ ਨਾਲ ਪੜ੍ਹਾਂਗੇ ਜੀ। ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਜੀ 16 ਮਹਾਜਨਪਦ। ਪਹਿਲਾਂ ਆਪਾਂ ਵੇਖਾਂਗੇ ਜੀ ਕਿ 16 ਮਹਾਜਨਪਦ ਕਿਹੜੇ ਸੀ। ਉਸ ਤੋਂ ਬਾਅਦ ਫਿਰ ਆਪਾਂ ਜੋ ਮਗਧ ਮਹਾਜਨਪਦ ਹੈ ਜੀ ਉਹਦੇ ਬਾਰੇ ਡਿਟੇਲ 'ਚ ਗੱਲ ਕਰਾਂਗੇ। ਉਸ ਤੋਂ ਬਾਅਦ ਆਪਾਂ ਦੇਖਾਂਗੇ ਜੀ ਜੋ ਮਗਧ ਮਹਾਜਨਪਦ ਹੈ ਉਹ ਸ਼ਕਤੀਸ਼ਾਲੀ ਮਹਾਜਨਪਦ ਦੇ ਰੂਪ ਵਿੱਚ ਕਿਵੇਂ ਸਾਹਮਣੇ ਆਇਆ, ਉਸ ਦੇ ਕੀ ਕਾਰਨ ਸੀ। ਫਿਰ ਆਪਾਂ ਵੇਖਾਂਗੇ ਜੀ ਕਿ ਕਿਹੜੇ ਵੰਸ਼ ਸੀ ਜਿਨ੍ਹਾਂ ਨੇ ਮਗਧ ਮਹਾਜਨਪਦ ਉੱਤੇ ਸ਼ਾਸਨ ਕੀਤਾ। ਉਹਨਾਂ ਵਿੱਚ ਪਹਿਲਾ ਸੀ ਜੀ ਹਰੀਅਕ ਵੰਸ਼, ਦੂਸਰਾ ਹੈ ਸ਼ਿਸ਼ੂਨਾਗ ਵੰਸ਼ ਅਤੇ ਤੀਸਰਾ ਹੈ ਜੀ ਨੰਦ ਵੰਸ਼। ਇਹ ਮੌਰੀਆ ਕਾਲ ਤੋਂ ਜੀ ਪਹਿਲਾਂ ਦੇ ਵੰਸ਼ ਸੀ ਜਿਨ੍ਹਾਂ ਨੇ ਮਗਧ 'ਤੇ ਸ਼ਾਸਨ ਕੀਤਾ ਅਤੇ ਮਗਧ ਨੂੰ ਇੱਕ ਸ਼ਕਤੀਸ਼ਾਲੀ ਮਹਾਜਨਪਦ ਦੇ ਰੂਪ ਵਿੱਚ ਸਥਾਪਿਤ ਕੀਤਾ। ਅਤੇ ਇਹਨਾਂ 3 ਵੰਸ਼ਾਂ ਤੋਂ ਬਾਅਦ ਆਉਂਦਾ ਹੈ ਜੀ ਮੌਰੀਆ ਵੰਸ਼, ਜਿਹਦੇ ਬਾਰੇ ਆਪਾਂ ਅਗਲੀਆਂ ਵੀਡੀਓ ਵਿੱਚ ਗੱਲ ਕਰਾਂਗੇ ਜੀ। ਹੁਣ ਆਪਾਂ ਵੇਖਦੇ ਹਾਂ ਜੀ 16 ਮਹਾਜਨਪਦ ਕਿਹੜੇ ਸੀ। ਹੁਣ ਆਪਾਂ ਵੇਖਦੇ ਹਾਂ ਜੀ ਕਿਹੜੇ ਮਹਾਜਨਪਦ ਸੀ। 16 ਮਹਾਜਨਪਦਾਂ ਵਿੱਚੋਂ ਜੀ ਪਹਿਲਾ ਸੀ ਮਗਧ, ਦੂਸਰਾ ਹੈ ਅੰਗ, ਤੀਜਾ ਸੀ ਜੀ ਵੱਜੀ, ਚੌਥਾ ਸੀ ਕਾਸ਼ੀ, ਪੰਜਵਾਂ ਸੀ ਮੱਲ, ਛੇਵਾਂ ਵਤਸ, ਸੱਤਵਾਂ ਹੈ ਜੀ ਕੁਰੂ, ਅੱਠਵਾਂ ਪੰਚਾਲ, ਨੌਵਾਂ ਸੁਰਸੇਨ, 10ਵਾਂ ਸੀ ਜੀ ਚੇਦੀ, 11ਵਾਂ ਸੀ ਅਵੰਤੀ ਅਤੇ ਜੋ 12ਵਾਂ ਹੈ ਜੀ ਇਹ ਮਤਸਯ, ਅਤੇ ਜੋ 13ਵਾਂ ਹੈ ਜੀ ਇਹ ਹੈ ਅਸਮਕ, 14ਵਾਂ ਹੈ ਕੰਬੋਜ, 15ਵਾਂ ਕੌਸ਼ਲ ਅਤੇ 16ਵਾਂ ਗੰਧਾਰ ਜੀ। ਇਹ 16 ਮਹਾਜਨਪਦ ਸੀ ਜੀ। ਇਹਨਾਂ ਨੂੰ ਤੁਸੀਂ ਆ ਮੈਪ 'ਚ ਵੀ ਦੇਖ ਸਕਦੇ ਹੋ ਜੀ ਕਿ ਕਿਹੜੀ ਜਗ੍ਹਾ 'ਤੇ ਮੌਜੂਦ ਸੀ। ਇਹਨਾਂ ਬਾਰੇ ਜ਼ਿਆਦਾ ਆਪਾਂ ਨੂੰ ਡਿਟੇਲ 'ਚ ਕੋਈ ਪ੍ਰਸ਼ਨ ਨਹੀਂ ਆਉਂਦੇ ਜੀ। ਇਸ ਵਿੱਚ ਜੋ ਪ੍ਰਸ਼ਨ ਆਉਂਦੇ ਆ ਉਹ ਹੈ ਜੀ ਇੱਕ ਤਾਂ ਜੀ ਇਹ ਤੁਸੀਂ ਦੇਖ ਰਹੇ ਹੋ ਜਿਵੇਂ ਚਿੱਤਰ 'ਚ, ਇਹ ਸਾਰੇ ਜੋ ਮਹਾਜਨਪਦ ਸੀ ਜੀ ਇਹ ਜ਼ਿਆਦਾਤਰ ਉੱਤਰੀ ਭਾਰਤ ਵਿੱਚ ਫੈਲੇ ਹੋਏ ਸੀ। ਇੱਕੋ ਇੱਕ ਜੋ ਮਹਾਜਨਪਦ ਹੈ ਜੀ ਅਸਮਕ, ਇਹ ਸੀ ਜੀ ਆਪਣਾ ਦੱਖਣ ਦੇ ਵਿੱਚ ਰਹਿ ਜਾਂਦਾ। ਇਹ ਪੁੱਛਿਆ ਜਾਂਦਾ ਹੈ ਕਿ ਦੱਖਣ ਦੇ ਵਿੱਚ ਕਿਹੜਾ ਮਹਾਜਨਪਦ ਸੀ, ਤਾਂ ਉਹ ਅਸਮਕ ਸੀ, ਇਹ ਯਾਦ ਰੱਖਿਓ। ਅਤੇ ਇੱਕ ਪ੍ਰਸ਼ਨ ਪੁੱਛਿਆ ਜਾਂਦਾ ਹੈ ਜੀ ਕਿ ਮਗਧ ਕਿਸ ਜਗ੍ਹਾ ਰਹਿ ਜਾਂਦਾ ਸੀ। ਜੋ ਮਗਧ ਮਹਾਜਨਪਦ ਸੀ ਜੀ ਇਹ ਵਰਤਮਾਨ ਦੇ ਬਿਹਾਰ ਏਰੀਏ 'ਚ ਰਹਿ ਜਾਂਦਾ ਸੀ। ਇਹ ਬਿਹਾਰ ਏਰੀਏ 'ਚ ਆ, ਤੁਸੀਂ ਦੇਖ ਰਹੇ ਹੋ ਉੱਪਰ, ਇਹ ਉੱਤਰੀ ਭਾਰਤ 'ਚ ਆ ਜੀ। ਅਤੇ ਇੱਕ ਪ੍ਰਸ਼ਨ ਆ ਜਾਂਦਾ ਹੈ ਜੀ ਹੋਰ ਮਹਾਜਨਪਦਾਂ ਬਾਰੇ, ਉਹ ਜੀ ਕਿ ਜੋ ਭਾਰਤ ਤੋਂ ਬਾਹਰ ਦੇ ਕਿਹੜੇ ਮਹਾਜਨਪਦ ਸੀ। ਉਹ 2 ਸੀ ਜੀ, ਇੱਕ ਗੰਧਾਰ ਅਤੇ ਇੱਕ ਕੰਬੋਜ, ਉਹ ਉੱਪਰ ਤੁਸੀਂ ਦੇਖ ਰਹੇ ਹੋ ਜੀ। ਇਸ ਤੋਂ ਵੱਧ ਡਿਟੇਲ 'ਚ ਜੀ ਆਪਾਂ ਨੂੰ ਮਹਾਜਨਪਦ ਦੇ ਪ੍ਰਸ਼ਨ ਨਹੀਂ ਆਉਣੇ। ਅਤੇ ਮਹਾਜਨਪਦ ਕਿਵੇਂ ਬਣੇ ਆ ਜੀ। ਸਭ ਤੋਂ ਪਹਿਲਾਂ ਇਹ ਜਨ ਕਿਹਾ ਜਾਂਦਾ ਸੀ ਜੀ ਕਬੀਲਿਆਂ ਨੂੰ, ਫਿਰ ਉਹਨਾਂ ਦਾ ਆਕਾਰ ਵੱਡਾ ਹੋਇਆ ਉਹ ਜਨਪਦ ਬਣੇ, ਅਤੇ ਫਿਰ ਉਹ ਬਾਅਦ ਵਿੱਚ ਜੀ ਜਨਪਦਾਂ ਦਾ ਆਕਾਰ ਹੋਰ ਵੱਡਾ ਹੁੰਦਾ ਗਿਆ ਅਤੇ ਉਹ ਮਹਾਜਨਪਦ ਬਣ ਗਏ। ਇਹਨਾਂ ਬਾਰੇ ਜੀ ਆਪਾਂ ਰਿਗਵੈਦਿਕ ਕਾਲ, ਉੱਤਰ ਵੈਦਿਕ ਕਾਲ ਦੀਆਂ ਵੀਡੀਓ ਵਿੱਚ ਗੱਲ ਕੀਤੀ ਸੀ। ਇਹ ਉੱਤਰ ਵੈਦਿਕ ਕਾਲ ਦੇ ਸਮੇਂ ਤੋਂ ਬਾਅਦ ਹੀ ਜੀ 16 ਮਹਾਜਨਪਦ ਬਣੇ ਆ। ਜੇਕਰ ਤੁਸੀਂ ਉੱਤਰ ਵੈਦਿਕ ਕਾਲ ਦੀ ਵੀਡੀਓ ਅਜੇ ਤੱਕ ਨਹੀਂ ਦੇਖੀ ਤਾਂ ਉਹਦਾ ਲਿੰਕ ਜੀ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਉੱਪਰ ਆਈ ਬਟਨ 'ਚ ਅਤੇ ਐਂਡ ਸਕਰੀਨ 'ਤੇ ਦੇ ਦਿੱਤਾ ਜਾਵੇਗਾ ਜੀ। ਤੁਸੀਂ ਉਹ ਵੀਡੀਓ ਵੀ ਦੇਖ ਲੈਣਾ ਤਾਂ ਕਿ ਤੁਸੀਂ ਵਧੀਆ ਢੰਗ ਨਾਲ ਸਮਝ ਸਕੋ ਕਿ ਮਹਾਜਨਪਦਾਂ ਦੀ ਉਤਪੱਤੀ ਕਿਵੇਂ ਹੋਈ ਹੈ ਅਤੇ ਕਿਵੇਂ ਭਾਰਤ 16 ਮਹਾਜਨਪਦਾਂ ਦੇ ਵਿੱਚ ਵੰਡਿਆ ਗਿਆ ਜੀ। ਹੁਣ ਆਪਾਂ ਵੇਖਦੇ ਹਾਂ ਜੀ ਕਿ ਮਹਾਜਨਪਦਾਂ ਬਾਰੇ ਆਪਾਂ ਨੂੰ ਜਾਣਕਾਰੀ ਕਿਹੜੇ ਸਰੋਤਾਂ ਤੋਂ ਪ੍ਰਾਪਤ ਹੁੰਦੀ ਹੈ। ਕਿਹੜੇ ਇਤਿਹਾਸਿਕ ਸਰੋਤ ਸੀ ਜਿਨ੍ਹਾਂ ਤੋਂ ਆਪਾਂ ਨੂੰ ਪਤਾ ਲੱਗਿਆ ਕਿ ਜੀ ਭਾਰਤ 16 ਮਹਾਜਨਪਦਾਂ ਵਿੱਚ ਵੰਡਿਆ ਹੋਇਆ ਸੀ, ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ। ਜੋ ਇਹ ਮਹਾਜਨਪਦਾਂ ਦੇ ਜਾਣਕਾਰੀ ਦੇ ਸਰੋਤ ਹੈ ਜੀ, ਇਹ ਆਪਾਂ ਨੂੰ 2 ਪ੍ਰਕਾਰ ਦੇ ਸਾਹਿਤਕ ਸਰੋਤ ਮਿਲਦੇ ਆ। ਪਹਿਲਾ ਹੈ ਜੀ ਅੰਗੁਤਰ ਨਿਕਾਏ ਅਤੇ ਦੂਸਰਾ ਹੈ ਭਗਵਤੀ ਸੂਤਰ। ਜੋ ਅੰਗੁਤਰ ਨਿਕਾਏ ਹੈ ਜੀ ਇਹ ਬੁੱਧ ਧਰਮ ਦੇ ਰਿਲੇਟਡ ਇੱਕ ਕਿਤਾਬ ਹੈ ਜਾਂ ਇੱਕ ਧਾਰਮਿਕ ਗ੍ਰੰਥ ਹੈ, ਉਸ ਦੇ ਵਿੱਚੋਂ ਆਪਾਂ ਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅਤੇ ਜੋ ਦੂਸਰਾ ਹੈ ਜੀ ਭਗਵਤੀ ਸੂਤਰ, ਇਹ ਜੈਨ ਧਰਮ ਦਾ ਹੈ ਜੀ। ਇਹ ਜੈਨ ਸਾਹਿਤ ਨਾਲ ਸੰਬੰਧਿਤ ਇੱਕ ਗ੍ਰੰਥ ਹੈ, ਉਹਦੇ 'ਚੋਂ ਆਪਾਂ ਨੂੰ ਜਾਣਕਾਰੀ ਮਿਲਦੀ ਹੈ 16 ਮਹਾਜਨਪਦਾਂ ਬਾਰੇ ਜੀ। ਇਹ ਦੋਨੋਂ ਸਾਹਿਤਕ ਸਰੋਤਾਂ ਨੂੰ ਜ਼ਰੂਰ ਯਾਦ ਰੱਖਣਾ ਜੀ ਕਿ ਕਿਹੜੇ ਸਾਹਿਤਕ ਸਰੋਤਾਂ ਤੋਂ ਆਪਾਂ ਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਅਤੇ ਇਹ ਅੰਗੁਤਰ ਨਿਕਾਏ ਅਤੇ ਭਗਵਤੀ ਸੂਤਰ ਇਹ ਕਿਹੜੇ ਧਰਮ ਦੇ ਨਾਲ ਸੰਬੰਧਿਤ ਹੈ ਜੀ,
ਇਹ ਵੀ ਪੁੱਛਿਆ ਜਾਂਦਾ ਪ੍ਰਸ਼ਨ 'ਚ ਵੀ ਭਗਵਤੀ ਸੂਤਰ ਕਿਹੜੇ ਧਰਮ ਦਾ ਸੀ ਜਾਂ ਗੁੱਤਰ ਨਿਕਾਈ ਕਿਹੜੇ ਧਰਮ ਦਾ ਸੀ, ਅਤੇ ਇਹ ਤੁਸੀਂ ਜ਼ਰੂਰ ਯਾਦ ਰੱਖਣਾ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਮਗਧ ਦੀ ਸ਼ਕਤੀ ਦੇ ਕਿਹੜੇ ਕਿਹੜੇ ਕਾਰਨ ਸੀ। ਜਿਵੇਂ ਕਿ ਆਪਾਂ ਜਾਣਦੇ ਹਾਂ ਜੀ ਕਿ ਕਿਸੇ ਵੀ ਖੇਤਰ ਨੂੰ ਇੱਕ ਸ਼ਕਤੀਸ਼ਾਲੀ ਰਾਜ ਉਦੋਂ ਹੀ ਕਿਹਾ ਜਾ ਸਕਦਾ ਹੈ ਜਦੋਂ ਉਸ ਰਾਜੇ ਦੀ ਆਮਦਨ ਵੱਧ ਹੋਵੇ, ਉਸ ਦੇ ਕੋਲ ਵਧੀਆ ਸੈਨਾ ਹੋਵੇ ਅਤੇ ਉਸ ਦਾ ਜੋ ਰਾਜ ਦਾ ਖੇਤਰ ਹੈ ਉਹ ਸੁਰੱਖਿਅਤ ਹੋਵੇ। ਜੇਕਰ ਰਾਜੇ ਦਾ ਖੇਤਰ ਸੁਰੱਖਿਅਤ ਹੋਏਗਾ, ਉਸ ਕੋਲ ਆਮਦਨ ਵਧੇਰੇ ਹੋਏਗੀ, ਫਿਰ ਹੀ ਉਸ ਦੀ ਸੈਨਾ ਵੀ ਤਾਕਤਵਰ ਹੋਏਗੀ ਅਤੇ ਉਹ ਹੋਰ ਪ੍ਰਦੇਸ਼ਾਂ ਨੂੰ ਜਿੱਤ ਸਕੇਗਾ। ਅਤੇ ਹੁਣ ਆਪਾਂ ਵੇਖਦੇ ਹਾਂ ਜੀ ਕਿ ਮਗਧ 'ਚ ਇੱਦਾਂ ਦੇ ਕਿਹੜੇ ਕਿਹੜੇ ਕਾਰਨ ਸੀ ਜਿਸ ਕਰਕੇ ਉੱਥੋਂ ਦੇ ਸ਼ਾਸਕ ਤਾਕਤਵਰ ਬਣੇ, ਉਹਨਾਂ ਦੀ ਆਮਦਨ ਵੀ ਵਧੀ ਅਤੇ ਉਹਨਾਂ ਨੇ ਹੋਰ ਪ੍ਰਦੇਸ਼ਾਂ ਉੱਤੇ ਕਬਜ਼ਾ ਵੀ ਕੀਤਾ। ਸਭ ਤੋਂ ਪਹਿਲਾਂ ਆਪਾਂ ਵੇਖਦੇ ਹਾਂ ਜੀ ਭੂਗੋਲਿਕ ਕਾਰਨ। ਭੂਗੋਲਿਕ ਕਾਰਨ 'ਚ ਪਹਿਲਾ ਹੈ ਜੀ ਉਪਜਾਊ ਧਰਤੀ। ਜੋ ਮਗਧ ਖੇਤਰ ਸੀ ਜੀ, ਇਸ ਦੀ ਧਰਤੀ ਬਹੁਤ ਉਪਜਾਊ ਸੀ। ਇਹ ਗੰਗਾ ਨਦੀ ਦੇ ਕਿਨਾਰੇ 'ਤੇ ਸੀ ਅਤੇ ਜਿਸ ਪ੍ਰਦੇਸ਼ 'ਚ ਜੀ ਇਹਨਾਂ ਨੇ ਪਾਟਲੀਪੁੱਤਰ ਨਗਰ ਵਸਾਇਆ ਹੈ, ਉੱਥੇ ਸੋਨ, ਗੰਡਕ ਅਤੇ ਗੰਗਾ ਤਿੰਨੋਂ ਨਦੀਆਂ ਦਾ ਸੰਗਮ ਸੀ। ਇਸ ਕਰਕੇ ਉੱਥੋਂ ਦੀ ਜੋ ਜ਼ਮੀਨ ਸੀ ਜੀ ਉਹ ਬਹੁਤ ਉਪਜਾਊ ਸੀ। ਜੋ ਇਹ ਪੂਰਾ ਮਗਧ ਦਾ ਖੇਤਰ ਰਹਿ ਜਾਂਦਾ ਹੈ, ਇਹ ਬਿਹਾਰ ਦਾ ਖੇਤਰ ਹੈ ਜੀ, ਇਹ ਗੰਗਾ ਨਦੀ ਦੇ ਜੋ ਜਲੋੜ ਦੇ ਮੈਦਾਨ ਆ ਉਸ ਜਗ੍ਹਾ ਦਾ ਖੇਤਰ ਸੀ। ਇਸ ਕਰਕੇ ਜੀ ਇੱਥੇ ਨਦੀਆਂ ਦਾ ਪਾਣੀ ਵੀ ਬਹੁਤ ਸੀ ਅਤੇ ਇਸ ਕਰਕੇ ਜੋ ਮਗਧ ਮਹਾਜਨਪਦ ਸੀ ਜੀ, ਇੱਥੋਂ ਦੇ ਲੋਕਾਂ ਕੋਲੇ ਖੇਤੀ ਪੱਖੋਂ ਜੀ ਇਹ ਨਿਰਪੱਖ ਲੋਕ ਸੀ ਅਤੇ ਕਿਸੇ ਵੀ ਹੋਰ ਇਹ ਬਾਹਰ ਦੇ ਰਾਜ 'ਤੇ ਜੀ ਨਿਰਭਰ ਨਹੀਂ ਕਰਦੇ ਸੀ। ਦੂਸਰਾ ਹੈ ਜੀ ਨਦੀਆਂ। ਇੱਥੇ ਜੀ ਨਦੀਆਂ ਦੁਆਰਾ ਘੇਰਾਬੰਦੀ ਕੀਤੀ ਹੋਈ ਸੀ। ਜੋ ਇਹ ਪ੍ਰਦੇਸ਼ ਸੀ ਜੀ ਮਗਧ ਦਾ, ਇਸ ਦੇ ਗੰਗਾ ਨਦੀ, ਸੋਨ ਅਤੇ ਗੰਡਕ ਨਦੀਆਂ ਦੁਆਰਾ ਇਹ ਘਿਰਿਆ ਹੋਇਆ ਸੀ ਜੀ, ਜਿਸ ਕਰਕੇ ਕੋਈ ਵੀ ਬਾਹਰਲਾ ਇਹਨਾਂ 'ਤੇ ਆਕਰਮਣ ਨਹੀਂ ਕਰ ਸਕਦਾ ਸੀ ਜੀ। ਮਗਧ ਦੀਆਂ ਜੋ ਦੋਨੋਂ ਰਾਜਧਾਨੀਆਂ ਸੀ ਜੀ, ਇੱਕ ਸੀ ਪਾਟਲੀਪੁੱਤਰ। ਜੋ ਪਾਟਲੀਪੁੱਤਰ ਸੀ ਜੀ ਉਹ ਇਹ ਨਦੀਆਂ ਦੇ ਬਿਲਕੁਲ ਕਿਨਾਰੇ 'ਤੇ ਸੀ, ਇਸ ਕਰਕੇ ਨਦੀਆਂ ਦੁਆਰਾ ਹੀ ਉਸ ਦੀ ਘੇਰਾਬੰਦੀ ਸੀ ਜੀ। ਅਤੇ ਜੋ ਇਸ ਪ੍ਰਦੇਸ਼ ਦੀ, ਇਸ ਮਹਾਜਨਪਦ ਦੀ ਰਾਜਧਾਨੀ ਸੀ ਉਹ ਬਹੁਤ ਸੁਰੱਖਿਅਤ ਸੀ। ਅਤੇ ਜੋ ਪਾਟਲੀਪੁੱਤਰ ਤੋਂ ਪਹਿਲਾਂ ਦੀ ਰਾਜਧਾਨੀ ਸੀ ਜੀ ਰਾਜਗ੍ਰਹਿ, ਉਸ ਦੇ ਆਲੇ ਦੁਆਲੇ ਜੀ ਪਹਾੜੀਆਂ ਸੀ, ਉਹ ਪਹਾੜੀਆਂ ਨਾਲ ਘਿਰਿਆ ਹੋਇਆ ਸੀ। ਕੋਈ ਵੀ ਰਾਜਾ ਤਦ ਹੀ ਤਾਕਤਵਰ ਹੋ ਸਕਦਾ ਹੈ ਜੀ ਜਦੋਂ ਉਸ ਦਾ ਪ੍ਰਦੇਸ਼ ਸੁਰੱਖਿਅਤ ਹੋਵੇ। ਜੇਕਰ ਉਹ ਸੁਰੱਖਿਅਤ ਹੋਵੇਗਾ, ਉਹ ਫਿਰ ਹੀ ਦੂਸਰੇ ਰਾਜਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰ ਸਕੇਗਾ। ਅਤੇ ਇੱਥੇ ਜੀ ਜੋ ਮਗਧ ਮਹਾਜਨਪਦ ਸੀ, ਇੱਥੇ ਕੁਦਰਤੀ ਤੌਰ 'ਤੇ ਉਹਨਾਂ ਨੂੰ ਇੱਕ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਸੀ ਜੀ। ਫਿਰ ਸੀ ਜੀ ਇੱਕ ਲੋਹੇ ਦੇ ਭੰਡਾਰ ਇੱਥੇ ਬਹੁਤ ਜ਼ਿਆਦਾ ਸੀ। ਲੋਹੇ ਦੇ ਭੰਡਾਰ ਵਧੇਰੇ ਹੋਣ ਕਰਕੇ ਜੀ ਜੋ ਮਗਧ ਦੇ ਰਾਜੇ ਸੀ ਉਹਨਾਂ ਕੋਲ ਵਧੀਆ ਹਥਿਆਰ ਸੀ, ਸੈਨਾ ਕੋਲ ਚੰਗੇ ਰੱਥ ਸੀ ਅਤੇ ਲੋਕਾਂ ਕੋਲ ਖੇਤੀ ਲਈ ਵਧੀਆ ਸਾਧਨ ਸੀ, ਜਿਸ ਕਰਕੇ ਵੀ ਜੀ ਮਗਧ ਇੱਕ ਤਾਕਤਵਰ ਮਹਾਜਨਪਦ ਦੇ ਰੂਪ ਵਿੱਚ ਸਾਹਮਣੇ ਆਇਆ। ਭੂਗੋਲਿਕ ਕਾਰਨਾਂ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਆਰਥਿਕ ਕਾਰਨ। ਪਹਿਲਾ ਪੁਆਇੰਟ ਹੈ ਜੀ ਵਧੇਰੇ ਖੇਤੀ। ਜਿਵੇਂ ਕਿ ਆਪਾਂ ਨੂੰ ਪਤਾ ਹੈ ਜੀ ਕਿ ਮਗਧ ਨਦੀਆਂ ਦੇ ਕਿਨਾਰੇ 'ਤੇ ਸੀ ਅਤੇ ਇਹ ਇੱਕ ਮੈਦਾਨੀ ਪ੍ਰਦੇਸ਼ ਸੀ ਜੋ ਜਲੋੜ ਦੀ ਮਿੱਟੀ ਨਾਲ ਬਣਿਆ ਹੋਇਆ ਸੀ। ਇੱਥੇ ਦੀ ਜੋ ਮਿੱਟੀ ਸੀ ਜੋ ਬਹੁਤ ਉਪਜਾਊ ਸੀ। ਉਪਜਾਊ ਮਿੱਟੀ ਹੋਣ ਕਰਕੇ ਅਤੇ ਪਾਣੀ ਦੀ ਕੋਈ ਵੀ ਥੁੜ ਨਾ ਹੋਣ ਕਰਕੇ ਇੱਥੇ ਖੇਤੀ ਬਹੁਤ ਵਧੇਰੇ ਕੀਤੀ ਜਾਂਦੀ ਸੀ ਅਤੇ ਲੋਹੇ ਦੇ ਉਦਯੋਗ ਵੀ ਇੱਥੇ ਮੌਜੂਦ ਸੀ ਜੀ, ਜਿਸ ਕਰਕੇ ਖੇਤੀ ਦੇ ਨਵੇਂ ਨਵੇਂ ਸਾਧਨ ਵੀ ਬਣਦੇ ਸੀ ਜੀ, ਖੇਤੀ ਲਈ ਔਜ਼ਾਰ ਸੀਗੇ। ਇਸ ਕਰਕੇ ਜੀ ਇੱਥੇ ਖੇਤੀ ਬਹੁਤ ਵਧੇਰੇ ਹੁੰਦੀ ਸੀ। ਖੇਤੀ ਵਧੇਰੇ ਹੋਣ ਕਰਕੇ ਜੀ ਲੋਕਾਂ ਦੀ ਆਮਦਨ ਵੀ ਵੱਧ ਸੀ। ਲੋਕਾਂ ਦੀ ਆਮਦਨ ਵੱਧ ਹੋਣ ਕਰਕੇ ਰਾਜੇ ਦੀ ਆਮਦਨ ਵੀ ਵੱਧ ਸੀ, ਕਿਉਂਕਿ ਰਾਜਾ ਬਥੇਰੇ ਟੈਕਸ ਲੈ ਸਕਦਾ ਸੀ ਅਤੇ ਲੋਕ ਉਹ ਟੈਕਸ ਜੀ ਵਧੀਆ ਤਰੀਕੇ ਚੁਕਾ ਵੀ ਸਕਦੇ ਸੀ। ਇਸੇ ਕਰਕੇ ਜੀ ਰਾਜਾ ਵੀ ਤਾਕਤਵਰ ਸੀਗਾ ਅਤੇ ਉਹ ਆਪਣੀ ਸੈਨਾ ਨੂੰ ਵੀ ਹੋਰ ਤਾਕਤਵਰ ਬਣਾਉਣ ਲਈ ਕੰਮ ਕਰ ਰਿਹਾ ਸੀ। ਦੂਸਰਾ ਜਿਵੇਂ ਆਪਾਂ ਗੱਲ ਕੀਤੀ ਹੈ ਜੀ ਉੱਥੇ ਲੋਹੇ ਦੇ ਉਦਯੋਗ ਸੀ। ਲੋਹੇ ਦੇ ਉਦਯੋਗ ਹੋਣ ਕਰਕੇ ਜੀ ਸੈਨਾ ਨੂੰ ਵਧੀਆ ਹਥਿਆਰ ਮਿਲ ਰਹੇ ਸੀ ਅਤੇ ਰੱਥ ਵੀ ਵਧੇਰੇ ਮਾਤਰਾ ਵਿੱਚ ਬਣ ਰਹੇ ਸੀ। ਮਗਧ ਮਹਾਜਨਪਦ ਵਿੱਚੋਂ ਲੋਹਾ ਜੀ ਛੋਟਾ ਨਾਗਪੁਰ ਦੀ ਪਠਾਰ ਵਿੱਚੋਂ ਪ੍ਰਾਪਤ ਕੀਤਾ ਜਾਂਦਾ ਸੀ। ਤੀਸਰਾ ਪੁਆਇੰਟ ਹੈ ਜੀ ਨਦੀਆਂ ਰਾਹੀਂ ਵਪਾਰ। ਜੋ ਮਗਧ ਪ੍ਰਦੇਸ਼ ਸੀ ਜੀ, ਇਸ ਦੇ ਜੀ ਆਲੇ ਦੁਆਲੇ ਨਦੀਆਂ ਦਾ ਇੱਕ ਜਾਲ ਬਣਿਆ ਹੋਇਆ ਸੀ ਜੀ। ਇਸ ਕਰਕੇ ਜੋ ਲੋਕਾਂ ਦੁਆਰਾ ਵਧੇਰੇ ਖੇਤੀ ਕੀਤੀ ਜਾਂਦੀ ਸੀ ਜੀ, ਉਸ ਦਾ ਉਹ ਵਪਾਰੀਕਰਨ ਕਰਦੇ ਸੀ ਅਤੇ ਉਹ ਨਦੀਆਂ ਰਾਹੀਂ ਹੀ ਵਪਾਰ ਕਰਦੇ ਸੀ ਜੀ। ਉਹ ਬਾਕੀ ਹੋਰ ਰਾਜਾਂ ਨਾਲ ਜਾਂ ਹੋਰ ਮਹਾਜਨਪਦਾਂ ਨਾਲ ਇਹ ਵਪਾਰ ਕਰਦੇ ਸੀ। ਜੋ ਧਨ ਪ੍ਰਾਪਤ ਹੁੰਦਾ ਸੀ ਜੀ ਵਪਾਰ ਤੋਂ, ਉਸਨੇ ਵੀ ਇਸ ਰਾਜ ਨੂੰ ਸ਼ਕਤੀਸ਼ਾਲੀ ਬਣਾਉਣ ਵਿੱਚ ਜੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਜੀ। ਅਤੇ ਤੀਸਰਾ ਕਾਰਨ ਹੈ ਜੀ ਰਾਜਨੀਤਿਕ ਕਾਰਨ। ਰਾਜਨੀਤਿਕ ਕਾਰਨ 'ਚ ਆਪਾਂ ਵੇਖਦੇ ਹਾਂ ਜੀ, ਪਹਿਲਾ ਪੁਆਇੰਟ ਹੈ ਯੋਗ ਸ਼ਾਸਕ। ਜਿਵੇਂ ਕਿ ਆਪਾਂ ਨੂੰ ਪਤਾ ਹੈ ਜੀ ਕਿ ਮਗਧ ਦੇ ਜਿੰਨੇ ਵੀ ਸ਼ਾਸਕ ਹੋਏ ਆ ਉਹ ਬਹੁਤ ਹੀ ਯੋਗ ਸੀ ਅਤੇ ਉਹ ਇੱਕ ਸ਼ਕਤੀਸ਼ਾਲੀ ਵੰਸ਼ ਇੱਥੇ ਸਥਾਪਿਤ ਹੋਏ ਆ ਜੀ। ਚਾਹੇ ਆਪਾਂ ਗੱਲ ਕਰ ਲਈਏ ਜੀ ਹਰੀਕ ਵੰਸ਼ ਦੀ, ਸ਼ਿਸ਼ੂਨਾਗ ਵੰਸ਼ ਦੀ, ਨੰਦ ਵੰਸ਼ ਅਤੇ ਲਾਸਟ ਵਿੱਚ ਮੌਰੀਆ ਵੰਸ਼, ਜੋ ਇਸ ਮਹਾਜਨਪਦ ਦਾ ਸਭ ਤੋਂ ਸ਼ਕਤੀਸ਼ਾਲੀ ਵੰਸ਼ ਸਥਾਪਿਤ ਹੋਇਆ ਜੀ।
ਇਹ ਸਭ ਜੀ ਬਹੁਤ ਵਧੀਆ ਸ਼ਾਸਨ ਪ੍ਰਬੰਧ ਕਰਦੇ ਸੀ ਅਤੇ ਜਿਸ ਕਰਕੇ ਜੀ ਇਹਨਾਂ ਨੇ ਬਾਕੀ ਸਾਰੇ ਮਹਾਜਨਪਦਾਂ ਵਿੱਚੋਂ ਆਪਣੇ ਮਗਧ ਮਹਾਜਨਪਦ ਨੂੰ ਇੱਕ ਜੀ ਸ਼ਕਤੀਸ਼ਾਲੀ ਰੂਪ ਵਿੱਚ ਸਾਹਮਣੇ ਲਿਆਂਦਾ। ਅਤੇ ਆਪਾਂ ਪੜ੍ਹਾਂਗੇ ਜੀ ਮੌਰੀਆ ਕਾਲ ਵੇਲੇ ਕਿਵੇਂ ਇਸ ਮਗਧ ਮਹਾਜਨਪਦ ਨੇ ਜੀ ਪੂਰੇ ਇੰਡੀਆ ਉੱਪਰ, ਪੂਰੇ ਭਾਰਤ ਉੱਪਰ ਲਗਭਗ ਕਬਜ਼ਾ ਕਰ ਲਿਆ ਸੀ ਅਤੇ ਆਪਣਾ ਇੱਕ ਸਾਮਰਾਜ ਬਣਾ ਲਿਆ ਸੀ ਜੀ। ਹੁਣ ਆਪਾਂ ਵੇਖਦੇ ਹਾਂ ਜੀ ਮਗਧ ਦੇ ਕਿਹੜੇ ਕਿਹੜੇ ਰਾਜਵੰਸ਼ ਹੋਏ ਆ। ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਜੀ ਉਹਨਾਂ ਦੇ ਕ੍ਰਮ ਨੂੰ। ਪਹਿਲਾਂ ਆਪਾਂ ਵੇਖਦੇ ਹਾਂ ਜੀ ਕਿ ਜੋ ਸਭ ਤੋਂ ਪਹਿਲਾ ਵੰਸ਼ ਮਗਧ ਦੇ ਵਿੱਚ ਆਇਆ ਜੀ ਉਹ ਸੀ ਹਰੀਕ ਵੰਸ਼। ਉਸ ਤੋਂ ਬਾਅਦ ਆਇਆ ਜੀ ਸ਼ਿਸ਼ੂਨਾਗ ਵੰਸ਼, ਤੀਸਰਾ ਹੈ ਨੰਦ ਵੰਸ਼ ਅਤੇ ਚੌਥਾ ਆਇਆ ਹੈ ਜੀ ਮੌਰੀਆ ਵੰਸ਼, ਜੋ ਸਭ ਤੋਂ ਜ਼ਿਆਦਾ ਪ੍ਰਸਿੱਧ ਹੋਇਆ ਹੈ। ਅੱਜ ਦੀ ਆਪਣੀ ਵੀਡੀਓ ਵਿੱਚ ਜੀ ਆਪਾਂ ਪਹਿਲੇ 3 ਜੋ ਵੰਸ਼ ਹੈ ਜੀ ਹਰੀਕ ਵੰਸ਼, ਸ਼ਿਸ਼ੂਨਾਗ ਵੰਸ਼ ਅਤੇ ਨੰਦ ਵੰਸ਼, ਇਹਨਾਂ ਨੂੰ ਕਵਰ ਕਰਨ ਜਾ ਰਹੇ ਹਾਂ ਜੀ। ਇਹ ਵੀਡੀਓ ਹੈ ਜੀ ਅੱਜ ਆਪਣੀ ਮਗਧ ਦੇ ਉਥਾਨ ਜਾਂ ਆਪਾਂ ਇਸ ਨੂੰ ਕਹਿ ਸਕਦੇ ਹਾਂ ਜੀ ਪੂਰਵ ਮੌਰੀਆ ਕਾਲ ਦੀ ਵੀਡੀਓ। ਅਤੇ ਇਸ ਦਾ ਜੀ ਆਪਾਂ ਕ੍ਰਮ ਜ਼ਰੂਰ ਯਾਦ ਰੱਖਣਾ ਹੈ। ਜੋ ਵੰਸ਼ ਮਗਧ ਦੇ ਵਿੱਚ ਹੋਏ ਆ ਇਹਨਾਂ ਨੂੰ ਇੱਕ ਜੀ ਕ੍ਰਮ ਨੂੰ ਯਾਦ ਰੱਖਣ ਲਈ ਇੱਕ ਟ੍ਰਿਕ ਹੈ। ਇੱਕ ਵਰਡ ਯਾਦ ਰੱਖਣਾ ਹੈ ਜੀ ਤੁਸੀਂ ਹਸਨ, ਹਾਹਾ, ਸੱਸਾ, ਨੰਨਾ। ਉਸ ਤੋਂ ਜੀ ਆਪਾਂ ਯਾਦ ਰੱਖ ਸਕਦੇ ਹਾਂ ਇਹਨਾਂ ਦੇ ਜੋ 3 ਵੰਸ਼ ਹੋਏ ਇਹਨਾਂ ਦੇ ਕ੍ਰਮ ਨੂੰ। ਹਾਹੇ 'ਤੇ ਆ ਜਾਂਦਾ ਹੈ ਜੀ ਹਰੇਕ ਵੰਸ਼, ਸੱਸੇ ਨਾਲ ਜੀ ਸ਼ਿਸ਼ੂਨਾਗ ਅਤੇ ਨੰਨੇ ਨਾਲ ਨੰਦ ਵੰਸ਼। ਇਹ ਤਿੰਨਾਂ ਦਾ ਆਪਾਂ ਨੂੰ ਜੀ ਕ੍ਰਮ ਯਾਦ ਰਹੇਗਾ। ਸਿਰਫ ਇੱਕ ਵਰਡ ਯਾਦ ਰੱਖਣਾ ਹਸਨ, ਅਤੇ ਚੌਥਾ ਤਾਂ ਹੈ ਜੀ ਮੌਰੀਆ ਵੰਸ਼, ਉਹ ਤਾਂ ਆਪਾਂ ਯਾਦ ਰੱਖਣਾ ਹੀ ਰੱਖਣਾ ਹੈ। ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਵੰਸ਼ਾਂ ਬਾਰੇ ਜੀ ਡਿਟੇਲ 'ਚ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਹਰੀਕ ਵੰਸ਼ ਬਾਰੇ। ਇਸ ਦਾ ਸਮਾਂ ਸੀ ਜੀ 544 ਤੋਂ ਲੈ ਕੇ 410 ਈਸਾ ਪੂਰਵ ਤੱਕ ਦਾ ਜੀ। ਇਸ ਦਾ ਜੋ ਪਹਿਲਾ ਜੀ ਸੰਸਥਾਪਕ ਮੰਨਿਆ ਜਾਂਦਾ, ਜੋ ਪਹਿਲਾ ਸ਼ਾਸਕ ਸੀ ਉਹ ਸੀ ਬਿੰਬੀਸਾਰ। ਉਸ ਦਾ ਸਮਾਂ ਸੀ ਜੀ 544 ਤੋਂ ਲੈ ਕੇ 492 ਈਸਾ ਪੂਰਵ ਤੱਕ ਦਾ। ਹੁਣ ਆਪਾਂ ਜੀ ਇਸ ਬਾਰੇ ਡਿਟੇਲ 'ਚ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਕੀ ਹੈ ਜੀ, ਜੋ ਬਿੰਬੀਸਾਰ ਸੀ ਇਹ ਹਰੀਕ ਵੰਸ਼ ਦਾ ਸੰਸਥਾਪਕ ਸੀ ਅਤੇ ਇਸ ਨੇ ਜੀ ਇੱਕ ਨਗਰ ਵਸਾਇਆ ਜੀ ਰਾਜਗ੍ਰਹਿ। ਇਸ ਨੂੰ ਜੀ ਇਸ ਨੇ ਮਗਧ ਦੀ ਰਾਜਧਾਨੀ ਵੀ ਬਣਾ ਦਿੱਤਾ ਸੀ। ਰਾਜਗ੍ਰਹਿ ਨੂੰ ਵਸਾਇਆ ਅਤੇ ਉਸ ਨਗਰ ਨੂੰ ਇੱਥੋਂ ਦੀ ਰਾਜਧਾਨੀ ਘੋਸ਼ਿਤ ਕਰਤਾ। ਜੋ ਹਰੀਕ ਵੰਸ਼ ਸੀ ਜੀ ਇਸ ਨੂੰ ਪਿਤਰੀਹੰਤਾ ਵੰਸ਼ ਵੀ ਕਿਹਾ ਜਾਂਦਾ ਸੀ। ਇਸ ਨੂੰ ਪਿਤਰਹੰਤਾ ਵੰਸ਼ ਕਿਉਂ ਕਿਹਾ ਜਾਂਦਾ ਸੀ ਅਤੇ ਇਸ ਦਾ ਮਤਲਬ ਕੀ ਹੁੰਦਾ ਹੈ ਜੀ? ਕਿਉਂਕਿ ਇਸ ਵੰਸ਼ ਵਿੱਚ ਜੀ ਜੋ ਬਿੰਬੀਸਾਰ ਸੀ, ਜੋ ਇਸ ਦਾ ਅੱਗੇ ਪੁੱਤਰ ਹੋਏਗਾ ਜੀ, ਜੋ ਰਾਜਾ ਬਣੇਗਾ, ਉਸਨੇ ਇਸ ਦੀ ਹੱਤਿਆ ਕੀਤੀ। ਫਿਰ ਜੋ ਬਿੰਬੀਸਾਰ ਦਾ ਪੁੱਤਰ ਸੀ ਅਜਾਤਸ਼ਤਰੂ, ਜਦੋਂ ਅਜਾਤਸ਼ਤਰੂ ਰਾਜਾ ਬਣ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਉਸ ਦੀ ਹੱਤਿਆ ਕਰਦਾ ਅਤੇ ਫਿਰ ਉਹ ਗੱਦੀ ਪ੍ਰਾਪਤ ਕਰਦਾ। ਇਸ ਕਰਕੇ ਇਸ ਨੂੰ ਜੀ ਪਿਤਰੀਹੰਤਾ ਵੰਸ਼ ਕਿਹਾ ਜਾਂਦਾ ਹੈ। ਪਿਤਰੀਹੰਤਾ ਦਾ ਮਤਲਬ ਹੁੰਦਾ ਹੈ ਜੀ ਪਿਤਾ ਦੀ ਹੱਤਿਆ ਕਰਨ ਵਾਲਾ ਵੰਸ਼। ਜੋ ਇਹ ਬਿੰਬੀਸਾਰ ਸੀ ਜੀ ਇਹ ਭਾਰਤ ਦਾ ਪਹਿਲਾ ਅਜਿਹਾ ਸ਼ਾਸਕ ਸੀ ਜੀ ਜਿਸ ਨੇ ਯੁੱਧ ਨੀਤੀ ਦੀ ਜਗ੍ਹਾ 'ਤੇ ਰਾਜ ਵਿਸਤਾਰ ਲਈ ਵਿਆਹ ਨੀਤੀ ਦੀ ਵਰਤੋਂ ਕੀਤੀ। ਇਸ ਨੇ ਇੱਕ ਤੋਂ ਵੱਧ ਵਿਆਹ ਕਰਵਾਏ ਜੀ ਅਤੇ ਵਿਆਹ ਕਰਵਾ ਕੇ ਇਸ ਨੇ ਨਵੇਂ ਰਾਜਾਂ ਨੂੰ ਆਪਣੇ ਵਿੱਚ ਸ਼ਾਮਲ ਕੀਤਾ। ਯਾਦ ਰੱਖਣਾ ਜੀ ਭਾਰਤੀ ਇਤਿਹਾਸ ਵਿੱਚ ਕੇਵਲ ਇਹੀ ਜੀ ਪਹਿਲਾ ਅਜਿਹਾ ਸ਼ਾਸਕ ਸੀ ਜਿਸ ਨੇ ਯੁੱਧ ਨੀਤੀ ਦੀ ਜਗ੍ਹਾ 'ਤੇ ਵਿਆਹ ਰਾਹੀਂ ਆਪਣੇ ਸਾਮਰਾਜ ਨੂੰ ਜੀ ਹੋਰ ਫੈਲਾਇਆ। ਇਸ ਨੇ ਜੀ ਟੋਟਲ 3 ਵਿਆਹ ਕਰਾਏ ਸੀ। ਉਸ 'ਚ ਹੀ ਇਸ ਨੇ ਵੈਸ਼ਾਲੀ ਅਤੇ ਕੌਸ਼ਲ ਪ੍ਰਦੇਸ਼ਾਂ ਦੇ ਨਾਲ ਵਿਆਹ ਸੰਬੰਧ ਸਥਾਪਿਤ ਕੀਤੇ ਸੀ ਜੀ। ਇੱਕ ਪ੍ਰਸ਼ਨ ਆ ਜਾਂਦਾ ਹੈ ਜੀ ਕਿ ਬਿੰਬੀਸਾਰ ਦੇ ਦਰਬਾਰ ਵਿੱਚ ਇੱਕ ਜੀਵਕ ਨਾਂ ਦਾ ਰਾਜਵੈਦ ਸੀ। ਕਈ ਵਾਰੀ ਆਇਆ ਜੀ ਕਿ ਜੀਵਕ ਕੌਣ ਸੀ? ਇਹ ਇੱਕ ਰਾਜਵੈਦ ਸੀ ਜੋ ਬਿੰਬੀਸਾਰ ਦੇ ਦਰਬਾਰ ਵਿੱਚ ਸੀ। ਫਿਰ ਦੂਸਰਾ ਪ੍ਰਸ਼ਨ ਆਉਂਦਾ ਹੈ ਜੀ ਕਿ ਜੀਵਕ ਨੂੰ ਕਿਸ ਦੀ ਸੇਵਾ ਲਈ ਭੇਜਿਆ ਗਿਆ ਸੀ? ਅਤੇ ਜੋ ਬਿੰਬੀਸਾਰ ਸੀ ਜੀ ਇਸ ਦੁਆਰਾ ਜੀਵਕ ਨੂੰ ਭੇਜਿਆ ਗਿਆ ਸੀ ਮਹਾਤਮਾ ਬੁੱਧ ਅਤੇ ਅਵੰਤੀ ਦੇ ਰਾਜਾ ਪ੍ਰਦੋਤ ਦੀ ਸੇਵਾ ਵਿੱਚ। ਜਦੋਂ ਪ੍ਰਦੋਤ ਬਿਮਾਰ ਹੋ ਗਿਆ ਸੀ ਅਤੇ ਮਹਾਤਮਾ ਬੁੱਧ ਜੀ ਬਿਮਾਰ ਹੋ ਗਏ ਸੀ ਤਾਂ ਉਸ ਦੀ ਸੇਵਾ ਵਿੱਚ ਜੀ ਜੀਵਕ ਨੂੰ ਭੇਜਿਆ ਗਿਆ ਸੀ। ਅਤੇ ਜੀਵਕ ਕੌਣ ਸੀ? ਉਹ ਇੱਕ ਰਾਜਵੈਦ ਸੀ ਜੋ ਬਿੰਬੀਸਾਰ ਦੇ ਦਰਬਾਰ ਵਿੱਚ ਸੀ। ਬਿੰਬੀਸਾਰ ਨੂੰ ਲੈ ਕੇ ਜੀ ਕੁਝ ਹੋਰ ਪ੍ਰਸ਼ਨ ਵੀ ਆ ਜਾਂਦੇ ਆ, ਉਹਨਾਂ ਬਾਰੇ ਵੀ ਆਪਾਂ ਜਾਣ ਲੈਂਦੇ ਹਾਂ। ਜੋ ਵੈਸ਼ਾਲੀ ਪ੍ਰਦੇਸ਼ 'ਚ ਜੀ ਬਿੰਬੀਸਾਰ ਦਾ ਵਿਆਹ ਹੋਇਆ ਸੀ ਉਹ ਵਿਆਹ ਹੋਇਆ ਸੀ ਜੀ ਚੇਟਕ ਦੀ ਪੁੱਤਰੀ ਨਾਲ, ਜਿਸ ਦਾ ਨਾਮ ਸੀ ਚੇਲਨਾ। ਇਹ ਚੇਟਕ ਕੌਣ ਸੀ ਜੀ? ਚੇਟਕ ਸੀਗਾ ਜੀ ਇਹ ਆਪਣੇ ਮਹਾਵੀਰ ਸਵਾਮੀ ਜੀ ਜੋ ਜੈਨ ਧਰਮ ਵਾਲੇ ਆ ਉਹਨਾਂ ਦੇ ਜੋ ਮਾਤਾ ਜੀ ਸੀ ਉਸ ਦਾ ਭਾਈ ਸੀ। ਮਤਲਬ ਕਿ ਇਹ ਮਹਾਵੀਰ ਸਵਾਮੀ ਜੀ ਦਾ ਮਾਮਾ ਸੀ। ਅਤੇ ਜੋ ਬਿੰਬੀਸਾਰ ਸੀ ਇਸ ਦਾ ਵਿਆਹ ਜੀ ਜੋ ਮਹਾਵੀਰ ਸਵਾਮੀ ਜੀ ਦੇ ਮਾਮਾ ਸੀ ਉਸ ਦੀ ਕੁੜੀ ਨਾਲ ਹੋਇਆ ਸੀ। ਇਸ ਕਰਕੇ ਜੀ ਇਹ ਮਹਾਵੀਰ ਸਵਾਮੀ ਜੀ ਦੇ ਮਾਮੇ ਜੀ ਦਾ ਜਵਾਈ ਸੀ। ਵੀਡੀਓ ਚੰਗੀ ਲੱਗ ਰਹੀ ਹੈ ਤੇ ਜੀ ਚਲਦੇ ਵੀਡੀਓ ਨੂੰ ਲਾਈਕ ਕਰ ਦਿਓ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਅਤੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਕੋਈ ਵੀਡੀਓ ਅਪਲੋਡ ਕੀਤੀ ਜਾਵੇ ਜੀ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜਾਵੇ ਅਤੇ ਤੁਸੀਂ ਕੋਈ ਵੀ ਵੀਡੀਓ ਨੂੰ ਮਿਸ ਨਾ ਕਰੋ।
ਬਿੰਬੀਸਾਰ ਤੋਂ ਬਾਅਦ ਜੀ ਉਸ ਦਾ ਪੁੱਤਰ ਅਜਾਤਸ਼ਤਰੂ 492 ਤੋਂ ਲੈ ਕੇ 460 ਈਸਾ ਪੂਰਵ ਤੱਕ ਸ਼ਾਸਨ ਕਰਦਾ ਹੈ ਜੀ। ਜੋ ਅਜਾਤਸ਼ਤਰੂ ਹੈ ਜੀ, ਇਸ ਨੇ ਆਪਣੇ ਪਿਤਾ ਦੀ ਹੱਤਿਆ ਕਰਕੇ ਜੀ ਗੱਦੀ ਪ੍ਰਾਪਤ ਕੀਤੀ ਸੀ। ਅਤੇ ਜੋ ਅਜਾਤਸ਼ਤਰੂ ਸੀ ਜੀ, ਇਸ ਨੇ ਰਾਜ ਵਿਸਤਾਰ ਲਈ ਯੁੱਧ ਨੀਤੀ ਦੀ ਵਰਤੋਂ ਕੀਤੀ। ਜਿਵੇਂ ਆਪਾਂ ਪੜ੍ਹਿਆ ਸੀ ਜੀ, ਜੋ ਬਿੰਬੀਸਾਰ ਸੀ ਉਸ ਨੇ ਵਧੇਰੇ ਵਿਆਹ ਸੰਬੰਧ ਸਥਾਪਿਤ ਕਰਕੇ ਜੀ ਆਪਣੇ ਸਾਮਰਾਜ ਦਾ ਜੋ ਵਾਧਾ ਕੀਤਾ। ਜੋ ਅਜਾਤਸ਼ਤਰੂ ਸੀ ਇਹ ਸੀ ਜੀ ਯੁੱਧ ਨੀਤੀ ਵਾਲਾ, ਇਹ ਗਰਮ ਸੁਭਾਅ ਦਾ ਸੀ। ਇਸ ਨੇ ਯੁੱਧ ਨੀਤੀ ਨਾਲ ਹੀ ਆਪਣੇ ਜੀ ਸਾਮਰਾਜ ਦਾ ਵਿਸਤਾਰ ਕਰਨ ਬਾਰੇ ਸੋਚਿਆ। ਇਸ ਨੇ ਜੀ ਵਿਸ਼ਾਲੀ ਅਤੇ ਕੌਸ਼ਲ ਪ੍ਰਦੇਸ਼ ਜਿੱਤ ਲਏ। ਇਹ ਉਹੀ ਪ੍ਰਦੇਸ਼ ਸੀ ਜੀ ਜਿੱਥੇ ਇਸ ਦੇ ਪਿਤਾ ਬਿੰਬੀਸਾਰ ਦੇ ਵਿਆਹ ਸੰਬੰਧ ਸੀ। ਅਤੇ ਇਸ ਦੇ ਅਜਾਤਸ਼ਤਰੂ ਦੇ ਰਿਲੇਟਡ ਜੀ ਕੁਝ ਹੋਰ ਪ੍ਰਸ਼ਨ ਹੁੰਦੇ ਆ। ਜੋ ਮਹਾਤਮਾ ਬੁੱਧ ਜੀ ਸੀ ਜੀ 483 ਈਸਵੀ ਪੂਰਵ ਵਿੱਚ, ਇਹ ਅਜਾਤਸ਼ਤਰੂ ਦੇ ਸਮੇਂ ਹੀ ਜੀ ਇਹਨਾਂ ਦੀ ਡੈਥ ਹੋਈ ਸੀ। ਉਹਨਾਂ ਨੂੰ ਮਹਾਪਰਿਨਿਰਵਾਣ ਦੀ ਪ੍ਰਾਪਤੀ ਹੋਈ ਸੀ। ਜੋ ਮਹਾਤਮਾ ਬੁੱਧ ਜੀ ਨੂੰ, ਉਹ ਅਜਾਤਸ਼ਤਰੂ ਦੇ ਸਮੇਂ ਹੋਈ ਸੀ। ਅਤੇ ਦੂਸਰਾ ਪ੍ਰਸ਼ਨ ਜੀ ਜੋ ਬਹੁਤ ਜ਼ਿਆਦਾ ਆਉਂਦਾ ਹੈ ਉਹ ਹੈ ਜੀ ਜੋ ਪਹਿਲੀ ਬੋਧ ਸਭਾ ਸੀ 483 ਈਸਾ ਪੂਰਵ ਵਿੱਚ ਹੋਈ ਹੈ, ਉਹ ਹੋਈ ਸੀ ਜੀ ਅਜਾਤਸ਼ਤਰੂ ਦੇ ਸਮੇਂ। ਅਤੇ ਇਹ ਕਿੱਥੇ ਹੋਈ ਸੀ ਜੀ? ਇਹ ਹੋਈ ਸੀ ਰਾਜਗ੍ਰਹਿ ਵਿੱਚ। ਇਹ ਰਾਜਗ੍ਰਹਿ ਹੈ ਜੀ ਜੋ ਇਸ ਦੀ ਰਾਜਧਾਨੀ ਸੀ ਜੀ ਮਗਧ ਪ੍ਰਦੇਸ਼ ਦੀ। ਅਜਾਤਸ਼ਤਰੂ ਤੋਂ ਬਾਅਦ ਜੀ ਉਸ ਦਾ ਪੁੱਤਰ ਗੱਦੀ 'ਤੇ ਬੈਠਾ, ਜਿਸ ਨੂੰ ਉਦਾਇਨ ਜਾਂ ਉਦੀਨ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਾ ਸਮਾਂ ਸੀ ਜੀ 460 ਤੋਂ ਲੈ ਕੇ 410 ਈਸਾ ਪੂਰਵ ਦਾ। ਜਿਸ ਤਰ੍ਹਾਂ ਜੀ ਅਜਾਤਸ਼ਤਰੂ ਨੇ ਆਪਣੇ ਪਿਤਾ ਬਿੰਬੀਸਾਰ ਦੀ ਹੱਤਿਆ ਕਰਕੇ ਗੱਦੀ ਪ੍ਰਾਪਤ ਕੀਤੀ ਸੀ, ਉਸੇ ਤਰ੍ਹਾਂ ਹੀ ਜੀ ਉਦਾਇਨ ਨੇ 460 ਈਸਾ ਪੂਰਵ 'ਚ ਆਪਣੇ ਪਿਤਾ ਅਜਾਤਸ਼ਤਰੂ ਦੀ ਹੱਤਿਆ ਕੀਤੀ ਅਤੇ ਗੱਦੀ ਪ੍ਰਾਪਤ ਕੀਤੀ। ਇਸੇ ਕਰਕੇ ਹੀ ਜੀ ਇਸ ਵੰਸ਼ ਨੂੰ ਪਿਤਰੀਹੰਤਾ ਵੰਸ਼ ਵੀ ਕਿਹਾ ਜਾਂਦਾ ਹੈ, ਪਿਤਰਹੰਤਾ ਵੰਸ਼ ਕਿਹਾ ਜਾਂਦਾ ਹੈ, ਜਿਸ ਦਾ ਮਤਲਬ ਹੁੰਦਾ ਹੈ ਜੀ ਕਿ ਪਿਤਾ ਦੀ ਹੱਤਿਆ ਕਰਨ ਵਾਲਾ ਵੰਸ਼। ਉਦਾਇਨ ਦੇ ਰਿਲੇਟਡ ਜੀ ਇੱਕ ਇੰਪੋਰਟੈਂਟ ਪ੍ਰਸ਼ਨ ਹੈ, ਉਹ ਹੈ ਜੀ ਕਿ ਉਦਾਇਨ ਨੇ ਇੱਕ ਪਾਟਲੀਪੁੱਤਰ ਨਗਰ ਵਸਾਇਆ। ਜੋ ਪਾਟਲੀਪੁੱਤਰ ਨਗਰ ਸੀ ਜੀ, ਇਸ ਨੂੰ ਇਹਨੇ ਜੋ ਮਗਧ ਦੀ ਸੀ ਨਵੀਂ ਰਾਜਧਾਨੀ ਘੋਸ਼ਿਤ ਕਰ ਦਿੱਤਾ ਜੀ। ਅਤੇ ਜੋ ਪਾਟਲੀਪੁੱਤਰ ਨਗਰ ਸੀ ਇਹਨੇ ਕਿੱਥੇ ਵਸਾਇਆ ਸੀ ਜੀ? ਇਹ ਵਸਾਇਆ ਗਿਆ ਸੀ ਜੀ ਗੰਗਾ, ਸੋਨ ਅਤੇ ਗੰਡਕ ਨਦੀ ਦੇ ਸੰਗਮ ਦੇ ਨੇੜੇ। ਜੋ ਇਹ ਪਾਟਲੀਪੁੱਤਰ ਦਾ ਪ੍ਰਦੇਸ਼ ਸੀ ਜੀ, ਇਹਦੇ ਆਲੇ ਦੁਆਲੇ ਨਦੀਆਂ ਦਾ ਇੱਕ ਜਾਲ ਬਣਿਆ ਹੋਇਆ ਸੀ, ਜਿਸ ਕਰਕੇ ਜੀ ਇਹ ਇੱਕ ਸੁਰੱਖਿਅਤ ਪ੍ਰਦੇਸ਼ ਬਣਿਆ ਅਤੇ ਇੱਕ ਸੁਰੱਖਿਅਤ ਰਾਜਧਾਨੀ ਦੇ ਰੂਪ ਵਿੱਚ ਸਾਹਮਣੇ ਆਇਆ। ਜ਼ਿਆਦਾਤਰ ਜੀ ਜੋ ਇਹ ਮਗਧ ਸਾਮਰਾਜ ਸੀ, ਇਸ ਸਮੇਂ ਪਾਟਲੀਪੁੱਤਰ ਨੂੰ ਹੀ ਰਾਜਧਾਨੀ ਬਣਾਇਆ ਗਿਆ। ਭਾਵੇਂ ਕਿ ਸਮੇਂ-ਸਮੇਂ 'ਤੇ ਜੀ ਰਾਜਧਾਨੀਆਂ ਚੇਂਜ ਹੁੰਦੀਆਂ ਰਹੀਆਂ, ਪਰ ਵਧੇਰੇ ਸਮੇਂ ਜੀ ਪਾਟਲੀਪੁੱਤਰ ਹੀ ਇੱਥੋਂ ਦੀ ਰਾਜਧਾਨੀ ਰਿਹਾ। ਹਰੀਕ ਵੰਸ਼ ਤੋਂ ਬਾਅਦ ਜੀ ਮਗਧ 'ਤੇ ਸ਼ਾਸਨ ਕਰਨ ਲਈ ਆਇਆ ਹੈ ਸ਼ਿਸ਼ੂਨਾਗ ਵੰਸ਼। ਸ਼ਿਸ਼ੂਨਾਗ ਵੰਸ਼ ਦਾ ਸੰਸਥਾਪਕ ਜੀ ਸ਼ਿਸ਼ੂਨਾਗ। ਇਸ ਨੂੰ ਯਾਦ ਰੱਖਣਾ ਸੌਖਾ ਹੈ ਜੀ, ਜੋ ਵੰਸ਼ ਦਾ ਨਾਮ ਹੈ ਉਹੀ ਸੰਸਥਾਪਕ ਦਾ ਨਾਮ ਹੈ। ਸ਼ਿਸ਼ੂਨਾਗ ਨੇ ਕੀ ਕੀਤਾ ਜੀ, ਇਸ ਨੇ ਵੈਸ਼ਾਲੀ ਨੂੰ ਰਾਜਧਾਨੀ ਬਣਾ ਦਿੱਤਾ ਮਗਧ ਸਾਮਰਾਜ ਦੀ। ਜਿਵੇਂ ਆਪਾਂ ਪਹਿਲਾਂ ਦੇਖਿਆ ਹੈ ਜੀ ਕਿ ਮਗਧ ਮਹਾਜਨਪਦ ਦੀ ਰਾਜਧਾਨੀ ਪਾਟਲੀਪੁੱਤਰ ਸੀ, ਪਰ ਇਸ ਨੇ ਕੀ ਕੀਤਾ ਜੀ, ਵੈਸ਼ਾਲੀ ਨੂੰ ਰਾਜਧਾਨੀ ਬਣਾ ਦਿੱਤਾ। ਸ਼ਿਸ਼ੂਨਾਗ ਨੇ ਜੀ ਅਵੰਤੀ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ, ਜਿਸ ਨੂੰ ਆਪਾਂ ਦੇਖਿਆ ਹੈ ਕਿ ਜੀ ਬਿੰਬੀਸਾਰ ਵੇਲੇ ਅਵੰਤੀ ਦੇ ਪ੍ਰਦੇਸ਼ ਦੇ ਵਿੱਚ ਜੀ ਉਹ ਆਪਣੇ ਰਾਜਵੈਦ ਨੂੰ ਭੇਜਦੇ ਆ, ਕਿਉਂਕਿ ਅਵੰਤੀ ਦੇ ਰਾਜੇ ਨਾਲ ਉਹਨਾਂ ਦੀ ਮਿੱਤਰਤਾ ਹੁੰਦੀ ਹੈ। ਪਰ ਜੋ ਸ਼ਿਸ਼ੂਨਾਗ ਸੀ ਜੀ, ਇਸ ਨੇ ਅਵੰਤੀ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ। ਸ਼ਿਸ਼ੂਨਾਗ ਵੰਸ਼ ਦਾ ਅਗਲਾ ਸ਼ਾਸਕ ਸੀ ਜੀ ਕਾਲਾਸ਼ੋਕ। ਇਹ ਕਾਲਾਸ਼ੋਕ ਕੌਣ ਸੀ ਜੀ? ਇਹ ਸ਼ਿਸ਼ੂਨਾਗ ਦਾ ਪੁੱਤਰ ਸੀ। ਕਾਲਾਸ਼ੋਕ ਤੋਂ ਜੀ ਆਪਾਂ ਨੂੰ ਕੋਈ ਜ਼ਿਆਦਾ ਪ੍ਰਸ਼ਨ ਨਹੀਂ ਬਣ ਕੇ ਆਉਂਦੇ, ਇਸ ਤੋਂ ਜੀ ਆਪਾਂ ਨੂੰ 2-3 ਪ੍ਰਸ਼ਨ ਹੀ ਆਉਂਦੇ ਆ। ਇਸ 'ਚ ਇੱਕ ਪ੍ਰਮੁੱਖ ਪ੍ਰਸ਼ਨ ਹੈ ਜੀ ਕਿ ਦੂਜੀ ਬੋਧ ਸੰਗੀਤੀ ਕਿਸ ਵੇਲੇ ਹੋਈ ਸੀ? ਉਹ ਹੋਈ ਸੀ ਕਾਲਾਸ਼ੋਕ ਵੇਲੇ। ਇਸ ਦਾ ਸਮਾਂ ਕੀ ਸੀ ਅਤੇ ਸਥਾਨ ਕੀ ਸੀ, ਇਹ ਪੁੱਛਿਆ ਜਾਂਦਾ ਹੈ ਜੀ। ਦੂਜੀ ਬੋਧ ਸੰਗੀਤੀ ਦਾ ਜੀ ਜੋ ਸਮਾਂ ਸੀ ਉਹ ਸੀ 383 ਈਸਾ ਪੂਰਵ ਦਾ, ਅਤੇ ਇਸ ਦਾ ਸਥਾਨ ਸੀ ਜੀ ਵੈਸ਼ਾਲੀ, ਜੋ ਮਗਧ ਪ੍ਰਦੇਸ਼ 'ਚ ਆਉਂਦਾ ਸੀ। ਇਸ ਤੋਂ ਬਾਅਦ ਜੀ ਕਾਲਾਸ਼ੋਕ ਬਾਰੇ ਆਪਾਂ ਨੂੰ ਕੋਈ ਪ੍ਰਸ਼ਨ ਨਹੀਂ ਆਉਂਦੇ। ਅਤੇ ਜੋ ਸ਼ਿਸ਼ੂਨਾਗ ਵੰਸ਼ ਦਾ ਆਖਰੀ ਸ਼ਾਸਕ ਸੀ ਜੀ, ਉਹ ਸੀ ਨੰਦੀਵਰਧਨ। ਸ਼ਿਸ਼ੂਨਾਗ ਵੰਸ਼ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਜੀ ਨੰਦ ਵੰਸ਼ ਬਾਰੇ। ਇਸ ਦਾ ਜੋ ਸੰਸਥਾਪਕ ਸੀ ਜੀ, ਉਸ ਦਾ ਨਾਮ ਸੀ ਮਹਾਪਦਮ ਨੰਦ। ਇਹ ਇੱਕ ਬਹੁਤ ਹੀ ਜੀ ਸ਼ਕਤੀਸ਼ਾਲੀ ਸ਼ਾਸਕ ਸੀ। ਹੁਣ ਆਪਾਂ ਇਹਦੇ ਬਾਰੇ ਡਿਟੇਲ 'ਚ ਪੜ੍ਹਦੇ ਹਾਂ ਜੀ। ਜੋ ਮਹਾਪਦਮ ਨੰਦ ਸੀ ਜੀ, ਇਹ ਜੈਨ ਧਰਮ ਨੂੰ ਮੰਨਣ ਵਾਲਾ ਸੀ। ਇਹ ਕਈ ਵਾਰੀ ਪ੍ਰਸ਼ਨ ਆਇਆ ਜੀ ਕਿ ਜੋ ਮਹਾਪਦਮ ਨੰਦ ਸੀ ਇਹ ਕਿਸ ਧਰਮ ਨੂੰ ਮੰਨਦਾ ਸੀ? ਅਤੇ ਜੈਨ ਧਰਮ ਨੂੰ ਮੰਨਦਾ ਸੀ ਜੀ। ਮਹਾਪਦਮ ਨੰਦ ਨੂੰ ਜੀ ਪੁਰਾਣ ਦੇ ਵਿੱਚ ਪਰਸ਼ੂਰਾਮ ਦਾ ਅਵਤਾਰ ਕਿਹਾ ਗਿਆ ਹੈ। ਇਸ ਨੂੰ ਇੰਨਾ ਸ਼ਕਤੀਸ਼ਾਲੀ ਮੰਨਿਆ ਜਾਂਦਾ ਸੀ ਕਿ ਪੁਰਾਣ ਵਿੱਚ ਇਸ ਨੂੰ ਜੀ ਪਰਸ਼ੂਰਾਮ ਦਾ ਇੱਕ ਅਵਤਾਰ ਕਿਹਾ ਗਿਆ ਹੈ ਜੀ। ਅਤੇ ਭਾਰਤੀ ਇਤਿਹਾਸ ਦਾ ਇੱਕ ਪਹਿਲਾ ਰਾਜਾ ਸੀ ਜੀ ਜਿਸ ਨੇ ਕੋਈ ਉਪਾਧੀ ਧਾਰਨ ਕੀਤੀ ਸੀ,
ਤੇ ਇਸਨੇ ਕਿਹੜੀ ਉਪਾਧੀ ਧਾਰਨ ਕੀਤੀ ਸੀ ਜੀ? ਉਹ ਸੀ ਇਕਰਾਟ ਦੀ ਉਪਾਧੀ ਧਾਰਨ ਕੀਤੀ ਸੀ। ਜੋ ਮਹਾਪਦਮ ਨੰਦ ਸੀ ਜੀ, ਇਸਨੇ ਕਲਿੰਗ ਜਿੱਤਿਆ। ਇਸਨੇ ਕਲਿੰਗ ਤੇ ਹਮਲਾ ਕੀਤਾ, ਜੋ ਵਰਤਮਾਨ ਸਮੇਂ ਦਾ ਜੀ ਉੜੀਸਾ ਦਾ ਖੇਤਰ ਹੈ, ਉੱਥੇ ਇਸਨੇ ਹਮਲਾ ਕੀਤਾ ਅਤੇ ਉਸ ਨੂੰ ਜਿੱਤਿਆ। ਇਸਨੇ ਜੀ ਉੱਥੋਂ ਇੱਕ ਮੂਰਤੀ ਪ੍ਰਾਪਤ ਕੀਤੀ ਹੈ, ਜਿਨਸੈਨ ਦੀ ਮੂਰਤੀ, ਜੋ ਜੈਨ ਧਰਮ ਨਾਲ ਸੰਬੰਧਿਤ ਹੈ। ਇਹ ਉਸ ਮੂਰਤੀ ਨੂੰ ਜੀ ਆਪਣੇ ਨਾਲ ਮਗਧ ਵਿੱਚ ਲੈ ਕੇ ਆਇਆ। ਤੇ ਕਲਿੰਗ ਜਿੱਤ ਤੋਂ ਬਾਅਦ ਇਸਨੇ ਕੀ ਕੀਤਾ ਜੀ? ਇਸਨੇ ਕਲਿੰਗ ਵਿੱਚ ਇੱਕ ਨਹਿਰ ਦੀ ਖੁਦਵਾਈ ਕੀਤੀ ਹੈ। ਇਹ ਵੀ ਯਾਦ ਰੱਖਣਾ ਜੀ ਕਿ ਨਹਿਰ ਦੀ ਖੁਦਵਾਈ ਕਲਿੰਗ ਵਿੱਚ ਸਭ ਤੋਂ ਪਹਿਲਾਂ ਕਿਸਨੇ ਕਰਵਾਈ? ਤੇ ਉਹ ਕਰਵਾਈ ਸੀ ਜੀ ਮਹਾਪਦਮ ਨੰਦ ਨੇ, ਜੋ ਨੰਦ ਵੰਸ਼ ਦਾ ਸੀ। ਮਹਾਪਦਮ ਨੰਦ ਤੋਂ ਬਾਅਦ ਜੀ ਨੰਦ ਵੰਸ਼ ਦਾ ਜੋ ਅਗਲਾ ਸ਼ਾਸਕ ਹੋਇਆ, ਉਸ ਦਾ ਨਾਮ ਸੀ ਕਨਾਨੰਦ। ਇਹ ਵੀ ਮਹਾਪਦਮ ਨੰਦ ਵਾਂਗੂ ਜੀ ਇੱਕ ਬਹੁਤ ਹੀ ਸ਼ਕਤੀਸ਼ਾਲੀ ਸ਼ਾਸਕ ਮੰਨਿਆ ਜਾਂਦਾ ਸੀ। ਇਹ ਨੰਦ ਵੰਸ਼ ਦਾ ਜੀ ਆਖਰੀ ਸ਼ਾਸਕ ਸੀ। ਇਸ ਦੇ ਦਰਬਾਰ ਵਿੱਚ ਜੀ ਚਾਣਕਿਆ, ਜਾਂ ਜਿਸ ਨੂੰ ਕੌਟਾਲਿਆ ਕਿਹਾ ਜਾਂਦਾ ਹੈ, ਉਹ ਇਸ ਦੇ ਦਰਬਾਰ ਵਿੱਚ ਰਹਿੰਦਾ ਸੀ। ਜੋ ਕਨਾਨੰਦ ਸੀ ਜੀ, ਇਸ ਦੇ ਸਮੇਂ ਸਿਕੰਦਰ ਨੇ ਹਮਲਾ ਕੀਤਾ ਸੀ। ਜੋ ਸਿਕੰਦਰ ਇੱਕ ਜੀ ਯੂਨਾਨੀ ਸ਼ਾਸਕ ਸੀ, ਉਸਨੇ ਕਨਾਨੰਦ ਦੇ ਸਮੇਂ ਭਾਰਤ ਉੱਪਰ ਹਮਲਾ ਕੀਤਾ। ਇਹ ਹਮਲਾ ਕਦੋਂ ਹੋਇਆ ਸੀ ਜੀ? ਇਹ ਹੋਇਆ ਸੀ 326 ਈਸਾ ਪੂਰਵ ਵਿੱਚ। ਜਦੋਂ ਜੀ ਚਾਣਕਿਆ ਨੂੰ ਪਤਾ ਲੱਗਿਆ ਕਿ ਸਿਕੰਦਰ ਨੇ ਜੀ ਭਾਰਤ 'ਤੇ ਹਮਲਾ ਕਰਤਾ, ਤਾਂ ਉਸਨੇ ਸੋਚਿਆ ਜੀ ਕਿ ਮੈਂ ਕਨਾਨੰਦ ਨੂੰ ਇਸ ਦੇ ਬਾਰੇ ਜਾਣਕਾਰੀ ਦੇ ਦੇਵਾਂ ਅਤੇ ਆਪਣੇ ਰਾਜੇ ਨੂੰ ਸੁਚੇਤ ਕਰ ਦੇਵਾਂ ਕਿ ਜੀ ਕਿਸੇ ਬਾਹਰਲੇ ਹਮਲਾਵਰ ਨੇ ਆਪਣੇ 'ਤੇ ਹਮਲਾ ਕਰ ਦਿੱਤਾ ਹੈ ਅਤੇ ਤੁਸੀਂ ਆਪਣੇ ਬਚਾਵ ਲਈ ਜਾਂ ਉਸ ਨੂੰ ਕੋਈ ਜਵਾਬ ਦੇਣ ਲਈ ਜੀ ਕਾਰਵਾਈ ਕਰੋ। ਪਰ ਇੱਥੇ ਕੀ ਹੋਇਆ ਜੀ? ਜੋ ਕਨਾਨੰਦ ਸੀ, ਉਹ ਆਪਣੇ ਆਪ ਨੂੰ ਜੀ ਬਹੁਤ ਤਾਕਤਵਰ ਸਮਝਦਾ ਸੀ ਅਤੇ ਉਸਨੇ ਹੰਕਾਰ ਵਿੱਚ ਕੀਤਾ ਜੀ, ਉਸਨੇ ਚਾਣਕਿਆ ਦੀ ਬੇਇੱਜ਼ਤੀ ਕੀਤੀ ਅਤੇ ਉਸ ਨੂੰ ਆਪਣੇ ਦਰਬਾਰ ਵਿੱਚੋਂ ਬਾਹਰ ਕੱਢ ਦਿੱਤਾ। ਚਾਣਕਿਆ, ਜੋ ਕਿ ਇੱਕ ਬਹੁਤ ਵੱਡਾ ਵਿਦਵਾਨ ਸੀ, ਉਸਨੇ ਸੋਚਿਆ ਜੀ ਕਿ ਮੈਂ ਆਪਣੀ ਬੇਇੱਜ਼ਤੀ ਦਾ ਬਦਲਾ ਲਊਂਗਾ। ਉਸਨੇ ਕੀ ਕੀਤਾ ਜੀ, ਫਿਰ ਇੱਕ ਬਾਲਕ ਨੂੰ ਸਿੱਖਿਆ ਦਿੱਤੀ, ਉਸ ਨੂੰ ਰਾਜ ਪ੍ਰਬੰਧ ਸਿਖਾਇਆ, ਉਸ ਨੂੰ ਲੜਾਈ ਕਰਨਾ ਸਿਖਾਇਆ ਅਤੇ ਬਾਅਦ ਵਿੱਚ ਜੀ ਉਹੀ ਬਾਲਕ ਚੰਦਰਗੁਪਤ ਮੌਰੀਆ ਬਣਿਆ। ਅਤੇ 322 ਈਸਵੀ 'ਚ ਜੀ ਜੋ ਚੰਦਰਗੁਪਤ ਮੌਰੀਆ ਸੀ, ਉਸਨੇ ਕਨਾਨੰਦ ਦੀ ਹੱਤਿਆ ਕਰਕੇ ਮੌਰੀਆ ਵੰਸ਼ ਦੀ ਨੀਂਹ ਰੱਖੀ। ਇਸ ਤਰ੍ਹਾਂ ਜੀ ਜੋ ਚਾਣਕਿਆ ਸੀ, ਉਸਨੇ ਆਪਣੀ ਬੇਇੱਜ਼ਤੀ ਦਾ ਬਦਲਾ ਲੈ ਰਿਹਾ ਅਤੇ ਕਨਾਨੰਦ ਦੀ ਹੱਤਿਆ ਕਰਵਾ ਕੇ ਨੰਦ ਵੰਸ਼ ਦਾ ਖਾਤਮਾ ਕਰਵਾ ਦਿੱਤਾ। ਅਤੇ ਇੱਥੇ ਹੀ ਸਮਾਪਤ ਹੁੰਦੀ ਹੈ ਜੀ ਆਪਣੀ ਅੱਜ ਦੀ ਇਹ ਵੀਡੀਓ। ਹੋਪ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ। ਨੈਕਸਟ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੀ ਇਰਾਨੀਆਂ ਅਤੇ ਯੂਨਾਨੀਆਂ ਦੇ ਹਮਲਿਆਂ ਬਾਰੇ। ਉਸ 'ਚ ਆਪਾਂ ਦੇਖਾਂਗੇ ਜੀ ਕਿ ਸਿਕੰਦਰ ਕਦੋਂ ਭਾਰਤ 'ਚ ਆਇਆ ਅਤੇ ਉਹਨੇ ਕਿਵੇਂ ਹਮਲਾ ਕੀਤਾ ਅਤੇ ਕੀ ਕੀ ਘਟਨਾਵਾਂ ਹੋਈਆਂ। ਇੱਥੇ ਹੀ ਸਮਾਪਤ ਹੁੰਦੀ ਹੈ ਜੀ ਆਪਣੀ ਅੱਜ ਦੀ ਇਹ ਵੀਡੀਓ। ਹੋਪ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ। ਵੀਡੀਓ ਚੰਗੀ ਲੱਗੀ ਤੇ ਜੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ। ਵੀਡੀਓ ਬਾਰੇ ਆਪਣੇ ਵਿਚਾਰ ਜੀ ਕਮੈਂਟਾਂ ਵਿੱਚ ਜ਼ਰੂਰ ਦੱਸੋ। ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ ਜੀ, ਤਾਂ ਕਿ ਜਦੋਂ ਵੀ ਕੋਈ ਵੀਡੀਓ ਅਪਲੋਡ ਹੋਵੇ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜਾਵੇ, ਤੁਸੀਂ ਕੋਈ ਵੀ ਵੀਡੀਓ ਨੂੰ ਮਿਸ ਨਾ ਕਰੋ। ਥੈਂਕ ਯੂ ਫॉर ਵਾਚਿੰਗ ਪੰਜਾਬ ਐਜੂਕੇਸ਼ਨ।